सत श्री अकाल प्यारे बच्चों। अज असीं तुहाडे लई लै करके आए हैं कंसैप्ट डिजिटाइजेशन, जिहड़ा कि 12वीं क्लास का पाठ 6 है। अज इस वीडियो दे विच असीं इस पाठ दे प्रश्न उत्तर नूं कवर करांगे। जे तुसीं इस पाठ दे MCQ या फिलअप्स देखने होण तां उस दे नाल वीडियो दे डिस्क्रिप्शन दे विच लिंक शेयर कर दिता जाएगा। तुसीं उत्थों MCQ और पूरे नाम ਅਤੇ ਖਾਲੀ ਥਾਵਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਤਾਂ ਚਲੋ ਸ਼ੁਰੂ ਕਰਦੇ हैं पाठ 6 नाम डिजिटाइजेशन ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਸਭ ਤੋਂ ਪਹਿਲੇ ਸਾਡੇ ਕੋਲ ਹੈ डिजिटाइजेशन ਤੋਂ ਕੀ ਭਾਵ ਹੈ। ਸੋ ਇਸ ਦਾ ਉੱਤਰ ਹੈ ਡਾਟਾ ਨੂੰ ਡਿਜੀਟਲ ਰੂਪ ਵਿੱਚ ਬਦਲਣ ਅਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ ਡਿजिटाइजेशन ਕਿਹਾ ਜਾਂਦਾ ਹੈ। अजकल तस्वीरां, दस्तावेजां, ऑडियो ਅਤੇ ਵੀਡੀਓਜ਼ ਆਦਿ ਨੂੰ ਕੰਪਿਊਟਰ ਯੰਤਰਾਂ ਦੀ ਸਹਾਇਤਾ ਨਾਲ ਡਿਜੀਟਲ ਮਾਧਿਅਮ ਵਿੱਚ ਤਬਦੀਲ ਕਰਕੇ ਕੰਪਿਊਟਰ ਰਾਹੀਂ ਸਾਂਭਿਆ ਜਾਂਦਾ ਹੈ। ਠੀਕ ਹੈ, ਆ ਸੀ ਸਾਡੇ ਕੋਲ ਡਿਜੀਟਾਈਜੇਸ਼ਨ ਬਾਰੇ। ਦੂਸਰਾ ਪ੍ਰਸ਼ਨ ਹੈ ਸਾਡੇ ਕੋਲ ਨੈਟ ਬੈਂਕਿੰਗ ਬਾਰੇ ਜਾਣਕਾਰੀ ਦਿਓ। ਇਸ ਨੂੰ ਆਨਲਾਈਨ ਜਾਂ ਇੰਟਰਨੈਟ ਬੈਂਕਿੰਗ ਵੀ ਕਿਹਾ ਜਾਂਦਾ ਹੈ। ਇਸ ਦੇ ਰਾਹੀਂ ਅਸੀਂ ਇੰਟਰਨੈਟ ਦੁਆਰਾ ਆਮ ਬੈਂਕਿੰਗ ਸੁਵਿਧਾਵਾਂ ਜਿਵੇਂ ਕਿ ਅਕਾਊਂਟ ਬੈਲੈਂਸ ਚੈੱਕ ਕਰਨਾ, ਪੈਸੇ ਟ੍ਰਾਂਸਫਰ ਕਰਨਾ, ਬਿੱਲਾਂ ਦਾ ਆਨਲਾਈਨ ਭੁਗਤਾਨ ਆਦਿ ਕੰਮ 24 ਘੰਟੇ ਕਰ ਸਕਦੇ ਹਾਂ। ਜਿਹੜਾ ਕੰਮ ਸਾਨੂੰ ਬੈਂਕਾਂ ਵਿੱਚ ਜਾ ਕੇ ਕਰਨਾ ਪੈਂਦਾ ਸੀ, ਉਹ ਕੰਮ ਅਸੀਂ ਹੁਣ ਘਰ ਬੈਠ ਕੇ ਕਿਸੇ ਵੀ ਸਮੇਂ ਕਰ ਸਕਦੇ ਹਾਂ। ਇਸ ਨਾਲ ਸਾਡੇ ਸਮੇਂ ਦੀ ਬਚਤ ਵੀ ਹੁੰਦੀ ਹੈ। ਇਹ ਸਾਡੇ ਖਾਤੇ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਅਗਲੇ ਤੀਸਰਾ ਪ੍ਰਸ਼ਨ ਹੈ ਸਾਡੇ ਕੋਲ ਈ-ਕਮਰਸ ਤੋਂ ਤੁਸੀਂ ਕੀ ਸਮਝਦੇ ਹੋ। ਤਾਂ ਇਸ ਦਾ ਉੱਤਰ ਹੈ ਇਸ ਨੂੰ ਇਲੈਕਟ੍ਰੋਨਿਕ ਕਾਮਰਸ ਜਾਂ ਇੰਟਰਨੈਟ ਕਾਮਰਸ ਵੀ ਕਿਹਾ ਜਾਂਦਾ ਹੈ। ਇੰਟਰਨੈਟ ਰਾਹੀਂ ਚੀਜ਼ਾਂ ਦੀ ਖਰੀਦਦਾਰੀ ਅਤੇ ਵੇਚਣ ਦੀ ਪ੍ਰਕਿਰਿਆ ਨੂੰ ਈ-ਕਾਮਰਸ ਕਿਹਾ ਜਾਂਦਾ ਹੈ। ਈ-ਕਾਮਰਸ ਰਾਹੀਂ ਚੀਜ਼ਾਂ ਖਰੀਦਣ ਅਤੇ ਵੇਚਣ ਦੇ ਲਈ ਐਮਾਜ਼ੋਨ, ਫਲਿੱਪਕਾਰਟ, OLX ਆਦਿ ਵੈਬਸਾਈਟਾਂ ਦੀ ਵਰਤੋਂ ਹੁੰਦੀ ਹੈ। ਤੁਸੀਂ ਇਨ ਵੈਬਸਾਈਟਾਂ ਦੇ ਰਾਹੀਂ ਕੋਈ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ। ਸਾਡੇ ਕੋਲ ਈ-ਕਾਮਰਸ ਦੀਆਂ ਕਿਸਮਾਂ ਦੇ ਨਾਮ ਦੱਸੋ। ਸੋ ਇਸ ਦਾ ਉੱਤਰ ਹੈ ਪਹਿਲਾ ਈ-ਕਾਮਰਸ ਦੀਆਂ 4 ਕਿਸਮਾਂ ਹੁੰਦੀਆਂ ਹਨ। ਪਹਿਲਾ ਵਪਾਰ ਤੋਂ ਖਪਤਕਾਰ, ਜਿਸ ਨੂੰ B2C ਕਿਹਾ ਜਾਂਦਾ ਹੈ, ਮਤਲਬ ਬਿਜ਼ਨਸ ਟੂ ਕੰਜ਼ਿਊਮਰ। ਸੈਕਿੰਡ ਵਪਾਰ ਤੋਂ ਵਪਾਰ, ਜਿਸ ਦਾ ਕਿ ਪੂਰਾ ਨਾਮ ਹੈ ਬਿਜ਼ਨਸ ਟੂ ਬਿਜ਼ਨਸ। ਖਪਤਕਾਰਾਂ ਤੋਂ ਖਪਤਕਾਰ, ਜਿਸ ਦਾ ਕਿ ਨਾਮ ਹੈ ਕਸਟਮਰ ਟੂ ਕਸਟਮਰ। ਔਰ ਚੌਥਾ ਹੈ ਖਪਤਕਾਰਾਂ ਤੋਂ ਵਪਾਰ, ਮਤਲਬ ਕਸਟਮਰ ਟੂ ਬਿਜ਼ਨਸ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਆਨਲਾਈਨ ਭੁਗਤਾਨ ਦੇ ਲਾਭ ਲਿਖੋ। ਸੋ ਇਸ ਦਾ ਉੱਤਰ ਹੈ ਆਨਲਾਈਨ ਭੁਗਤਾਨ ਦੇ ਲਾਭ ਹੇਠ ਲਿਖੇ ਅਨੁਸਾਰ ਹਨ। ਪਹਿਲਾ, ਗ੍ਰਾਹਕ ਨੂੰ ਆਪਣੀ ਜੇਬ ਵਿੱਚ ਨਕਦੀ ਰੱਖਣ ਦੀ ਲੋੜ ਨਹੀਂ ਹੈ। ਦੂਸਰਾ, ਸਰਕਾਰ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਆਕਰਸ਼ਕ ਛੋਟਾਂ ਦਾ ਐਲਾਨ ਕਰਦੀ ਹੈ। ਤੀਸਰਾ, ਆਨਲਾਈਨ ਭੁਗਤਾਨ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਕੀਤਾ ਜਾ ਸਕਦਾ ਹੈ। ਸੋ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਡਿਜੀਲੌਕਰ ਬਾਰੇ ਜਾਣਕਾਰੀ ਦਿਓ। ਸੋ ਇਸ ਦਾ ਉੱਤਰ ਹੈ ਡਿਜੀਲੌਕਰ ਦਾ ਉਦੇਸ਼ ਪੇਪਰ ਮੁਕਤ ਸੇਵਾ ਪ੍ਰਦਾਨ ਕਰਨਾ ਹੈ, ਜਿਸ ਨਾਲ ਆਨਲਾਈਨ ਦਸਤਾਵੇਜ਼ ਜਾਰੀ ਕੀਤੇ ਜਾਂਦੇ ਹਨ ਅਤੇ ਵੈਰੀਫਾਈ ਕੀਤੇ ਜਾਂਦੇ ਹਨ। ਡਿਜੀਲੌਕਰ ਦਾ ਖਾਤਾ ਆਧਾਰ ਕਾਰਡ ਨਾਲ ਜੁੜਿਆ ਹੁੰਦਾ ਹੈ। ਇਸ ਵਿੱਚ ਅਸੀਂ 1 GB ਤੱਕ ਦਸਤਾਵੇਜ਼ ਸਟੋਰ ਕਰ ਸਕਦੇ ਹਾਂ। ਠੀਕ ਹੈ, ਅੱਗੇ ਹੈ ਸਾਡੇ ਕੋਲ ਈ-ਲਰਨਿੰਗ ਕੀ ਹੈ। ਸੋ ਇਸ ਦਾ ਉੱਤਰ ਹੈ ਇਸ ਨੂੰ ਇਲੈਕਟ੍ਰੋਨਿਕ ਲਰਨਿੰਗ ਜਾਂ ਇੰਟਰਨੈਟ ਲਰਨਿੰਗ ਵੀ ਕਿਹਾ ਜਾਂਦਾ ਹੈ। ਇਹ ਇੱਕ ਆਨਲਾਈਨ ਸਿੱਖਿਆ ਹੈ। ਇਹ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਆਸਾਨ ਅਤੇ ਆਰਾਮਦਾਇਕ ਤਰੀਕਾ ਹੈ। ਇਸ ਵਿੱਚ ਵਿਦਿਆਰਥੀ ਇੰਟਰਨੈਟ ਦੀ ਵਰਤੋਂ ਕਰਕੇ ਆਨਲਾਈਨ ਕੋਰਸਾਂ ਵਿੱਚ ਆਪਣੀ ਯੋਗਤਾ ਅਤੇ ਪਸੰਦ ਅਨੁਸਾਰ ਵਿਸ਼ੇ ਦੀ ਚੋਣ ਕਰਕੇ ਘਰ ਬੈਠ ਕੇ ਪੜ੍ਹਾਈ ਕਰ ਸਕਦੇ ਹਨ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਆਨਲਾਈਨ ਜਾਂ ਡਿਜੀਟਲ ਪੇਮੈਂਟ ਕੀ ਹੁੰਦੀ ਹੈ। ਸੋ ਇਸ ਦਾ ਉੱਤਰ ਹੈ ਇਸ ਨੂੰ ਈ-ਪੇਮੈਂਟ ਜਾਂ ਇਲੈਕਟ੍ਰੋਨਿਕ ਪੇਮੈਂਟ ਵੀ ਕਿਹਾ ਜਾਂਦਾ ਹੈ।
ਇਹ ਇੱਕ ਨਕਦੀ ਰਹਿਤ ਭੁਗਤਾਨ ਕਰਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ। ਆਨਲਾਈਨ ਪੇਮੈਂਟ ਰਾਹੀਂ ਅਸੀਂ ਮਨੀ ਟ੍ਰਾਂਸਫਰ, ਬਿੱਲਾਂ ਦਾ ਭੁਗਤਾਨ, ਫੋਨ ਦਾ ਰਿਚਾਰਜ ਆਦਿ ਕਰ ਸਕਦੇ ਹਾਂ। ਆਨਲਾਈਨ ਪੇਮੈਂਟ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਗੂਗਲ ਪੇ ਆਦਿ ਢੰਗਾਂ ਦੀ ਵਰਤੋਂ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਹੁਣ ਵੱਡੇ ਪ੍ਰਸ਼ਨ ਹੈ। ਫਸਟ ਵਨ, ਈ-ਕਾਮਰਸ ਦੀਆਂ ਕਿਸਮਾਂ ਬਾਰੇ ਵਿਸਥਾਰ ਵਿੱਚ ਦੱਸੋ। ਤਾਂ ਇਹਨਾਂ ਦਾ ਉੱਤਰ ਹੈ, ਈ-ਕਾਮਰਸ ਦੀਆਂ 4 ਕਿਸਮਾਂ ਹੁੰਦੀਆਂ ਹਨ। ਜਿਵੇਂ ਕਿ ਆਪਾਂ ਛੋਟੇ ਪ੍ਰਸ਼ਨ 'ਚ ਵੀ ਕਰ ਚੁੱਕੇ ਹਾਂ, ਹੁਣ ਇਹ ਵੱਡੇ ਪ੍ਰਸ਼ਨਾਂ 'ਚ ਹੈ। ਤਾਂ ਪਹਿਲਾ ਹੈ ਇਸ ਦਾ ਨਾਮ ਵਪਾਰ ਤੋਂ ਖਪਤਕਾਰ, ਮਤਲਬ ਬਿਜ਼ਨਸਮੈਨ ਟੂ ਕੰਜ਼ਿਊਮਰ। ਇਸ ਵਿੱਚ ਖਪਤਕਾਰ ਸੰਬੰਧਿਤ ਕੰਪਨੀ ਦੀ ਵੈਬਸਾਈਟ ਤੋਂ ਵਸਤਾਂ ਦੀ ਚੋਣ ਕਰਕੇ ਖਰੀਦ ਕਰ ਸਕਦਾ ਹੈ ਅਤੇ ਕੰਪਨੀ ਸਿੱਧੇ ਤੌਰ ਤੇ ਅਦਾਇਗੀ ਕਰਦੀ ਹੈ। ਉਦਾਹਰਣ ਵਜੋਂ amazon.com, flipkart.com ਆਦਿ। ਦੂਸਰਾ ਹੈ ਸਾਡੇ ਕੋਲ ਵਪਾਰ ਤੋਂ ਵਪਾਰ, ਮਤਲਬ ਬਿਜ਼ਨਸ ਟੂ ਬਿਜ਼ਨਸ। ਇਸ ਵਿੱਚ ਵੱਖ-ਵੱਖ ਕੰਪਨੀਆਂ ਇੱਕ ਦੂਸਰੇ ਨਾਲ ਆਪਣਾ ਵਪਾਰ ਕਰਦੀਆਂ ਹਨ। ਇਸ ਵਿੱਚ ਖਪਤਕਾਰ ਸ਼ਾਮਲ ਨਹੀਂ ਹੁੰਦੇ। ਇਸ ਵਿੱਚ ਹੋਲਸੇਲ ਅਤੇ ਰਿਟੇਲਰ ਆਦਿ ਸ਼ਾਮਲ ਹੁੰਦੇ ਹਨ। ਤੀਸਰੀ ਹੈ ਸਾਡੇ ਕੋਲ ਖਪਤਕਾਰ ਤੋਂ ਖਪਤਕਾਰ, ਮਤਲਬ ਕਸਟਮਰ ਟੂ ਕਸਟਮਰ। ਇਸ ਵਿੱਚ ਖਪਤਕਾਰ ਇੱਕ ਦੂਸਰੇ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੁੰਦੇ ਹਨ ਅਤੇ ਇਸ ਵਿੱਚ ਕੋਈ ਕੰਪਨੀ ਸ਼ਾਮਲ ਨਹੀਂ ਹੁੰਦੀ। ਇਸ ਵਿੱਚ ਲੋਕ ਇੱਕ ਦੂਸਰੇ ਨੂੰ ਆਪਣੀਆਂ ਵਸਤਾਂ ਵੇਚ ਸਕਦੇ ਹਨ ਅਤੇ ਖਰੀਦ ਸਕਦੇ ਹਨ। ਉਦਾਹਰਣ ਵਜੋਂ OLX.com, Quikr.com ਆਦਿ। ਚੌਥੀ ਅਤੇ ਲਾਸਟ ਹੈ ਖਪਤਕਾਰ ਤੋਂ ਵਪਾਰ, ਮਤਲਬ ਕਸਟਮਰ ਟੂ ਬਿਜ਼ਨਸ। ਇਸ ਵਿੱਚ ਚੌਥਾ ਹੈ ਸਾਡੇ ਕੋਲ ਖਪਤਕਾਰ ਤੋਂ ਵਪਾਰ, ਕਸਟਮਰ ਟੂ ਬਿਜ਼ਨਸ। ਇਸ ਵਿੱਚ ਖਪਤਕਾਰ ਆਪਣੀਆਂ ਵਸਤਾਂ ਨੂੰ ਕੰਪਨੀ ਨੂੰ ਮੁਹੱਈਆ ਕਰਵਾਉਂਦੇ ਹਨ। ਉਦਾਹਰਣ ਵਜੋਂ ਇੱਕ ਵਿਅਕਤੀ ਆਪਣਾ ਸੌਫਟਵੇਅਰ ਤਿਆਰ ਕਰਕੇ ਕੰਪਨੀ ਨੂੰ ਵੇਚਦਾ ਹੈ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਈ-ਕਾਮਰਸ ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ। ਸੋ ਇਸ ਦਾ ਉੱਤਰ ਹੈ ਈ-ਕਾਮਰਸ ਦੇ ਲਾਭ। ਪਹਿਲੇ, ਜਗ੍ਹਾ ਦੀ ਪਾਬੰਦੀ ਤੋਂ ਮੁਕਤੀ। ਈ-ਕਾਮਰਸ ਨਾਲ ਭੂਗੋਲਿਕ ਦੂਰੀ ਦੀ ਅੜਚਨ ਖਤਮ ਹੋ ਗਈ ਹੈ। ਹੁਣ ਲੋਕ ਇੰਟਰਨੈਟ ਦੀ ਮਦਦ ਨਾਲ ਪੂਰੀ ਦੁਨੀਆ ਵਿੱਚ ਕਿਧਰੋਂ ਵੀ ਚੀਜ਼ਾਂ ਖਰੀਦ ਸਕਦੇ ਹਨ। ਦੂਸਰਾ, ਪੈਸੇ ਦੀ ਬਚਤ। ਇਸ ਨਾਲ ਖਪਤਕਾਰ ਅਤੇ ਵੇਚਣ ਵਾਲੇ ਵਿਚਕਾਰ ਸਿੱਧਾ ਸੰਪਰਕ ਹੁੰਦਾ ਹੈ, ਜਿਸ ਨਾਲ ਪੈਸੇ ਦੀ ਬਚਤ ਹੁੰਦੀ ਹੈ। ਅੱਗੇ ਤੀਸਰਾ, ਹਰ ਸਮੇਂ ਉਪਲਬਧ। ਈ-ਕਾਮਰਸ ਨਾਲ ਸ਼ਾਪਿੰਗ ਕਿਸੇ ਵੀ ਸਮੇਂ ਅਤੇ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ। ਇੱਥੇ ਕਦੇ ਵੀ ਬਾਜ਼ਾਰ ਬੰਦ ਨਹੀਂ ਹੁੰਦਾ। ਚੌਥਾ, ਆਸਾਨ ਖਰੀਦਦਾਰੀ। ਈ-ਕਾਮਰਸ ਨਾਲ ਖਪਤਕਾਰਾਂ ਲਈ ਖਰੀਦਦਾਰੀ ਕਰਨੀ ਆਸਾਨ ਹੋ ਗਈ ਹੈ, ਕਿਉਂਕਿ ਖਪਤਕਾਰ ਨੂੰ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਣ ਦੀ ਲੋੜ ਨਹੀਂ ਹੈ। ਉਹ ਇੰਟਰਨੈਟ ਦੀ ਮਦਦ ਨਾਲ ਆਸਾਨੀ ਨਾਲ ਖਰੀਦਦਾਰੀ ਕਰ ਸਕਦੇ ਹਨ। ਅੱਗੇ ਹੈ ਸਾਡੇ ਕੋਲ ਈ-ਕਾਮਰਸ ਦੀਆਂ ਹਾਨੀਆਂ। ਇਸ 'ਚ ਸਭ ਤੋਂ ਪਹਿਲੀ ਹਾਨੀ ਹੈ ਉਡੀਕ ਸਮਾਂ। ਈ-ਕਾਮਰਸ ਰਾਹੀਂ ਖਰੀਦੀ ਗਈ ਚੀਜ਼ ਖਪਤਕਾਰ ਨੂੰ ਤੁਰੰਤ ਪ੍ਰਾਪਤ ਨਹੀਂ ਹੁੰਦੀ। ਖਪਤਕਾਰ ਨੂੰ ਚੀਜ਼ਾਂ ਪ੍ਰਾਪਤ ਕਰਨ ਵਿੱਚ ਸਮਾਂ ਲੱਗ ਜਾਂਦਾ ਹੈ। ਦੂਸਰੀ ਹੈ ਗੁਣਵੱਤਾ ਦਾ ਖਤਰਾ। ਆਨਲਾਈਨ ਖਰੀਦਦਾਰੀ ਵਿੱਚ ਚੀਜ਼ਾਂ ਦੀ ਗੁਣਵੱਤਾ ਦੀ ਕੋਈ ਪੱਕੀ ਗਾਰੰਟੀ ਨਹੀਂ ਹੈ। ਤੀਸਰਾ, ਸੁਰੱਖਿਆ ਦਾ ਖਤਰਾ। ਇੰਟਰਨੈਟ 'ਤੇ ਧੋਖਾਧੜੀ ਵਾਲੀ ਵੈਬਸਾਈਟਾਂ ਵੀ ਹਨ, ਜੋ ਗਾਹਕਾਂ ਦੀ ਜ਼ਰੂਰੀ ਜਾਣਕਾਰੀ ਹਾਸਲ ਕਰਕੇ ਨੁਕਸਾਨ ਪਹੁੰਚਾ ਸਕਦੀਆਂ ਹਨ। ਅਤੇ ਚੌਥੀ ਅਤੇ ਅਖੀਰਲੀ ਹੈ ਖਰੀਦਣ ਤੋਂ ਪਹਿਲਾਂ ਜਾਂਚ ਅਸੰਭਵ। ਕਿਸੇ ਵੀ ਚੀਜ਼ ਨੂੰ ਆਨਲਾਈਨ ਖਰੀਦਣ ਸਮੇਂ ਉਸ ਦੀ ਜਾਂਚ ਕਰਨਾ ਮੁਸ਼ਕਲ ਹੈ। ਅੱਗੇ ਹੈ ਤੀਸਰਾ, ਡਿਜੀਟਲ ਜਾਂ ਆਨਲਾਈਨ ਪੇਮੈਂਟ ਦੇ ਵੱਖ-ਵੱਖ ਢੰਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ। ਸੋ ਇਸ ਦਾ ਉੱਤਰ ਹੈ ਡਿਜੀਟਲ ਜਾਂ ਆਨਲਾਈਨ ਪੇਮੈਂਟ ਦੇ ਵੱਖ-ਵੱਖ ਢੰਗ ਹੇਠ ਲਿਖੇ ਅਨੁਸਾਰ ਹਨ। ਪਹਿਲਾ, ਕ੍ਰੈਡਿਟ ਕਾਰਡ। ਇਹ ਇੱਕ ਪਲਾਸਟਿਕ ਦਾ ਕਾਰਡ ਹੁੰਦਾ ਹੈ। ਈ-ਪੇਮੈਂਟ ਦੇ ਇਸ ਢੰਗ ਵਿੱਚ ਜਦੋਂ ਕੋਈ ਗਾਹਕ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਦਾ ਹੈ ਤਾਂ ਬੈਂਕ ਗ੍ਰਾਹਕ ਵੱਲੋਂ ਕੀਤੀ ਗਈ ਖਰੀਦਦਾਰੀ ਦਾ ਭੁਗਤਾਨ ਕਰਦਾ ਹੈ। ਅੱਗੇ ਹੈ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ। ਸੋ ਸਭ ਤੋਂ ਪਹਿਲਾ ਹੈ ਕਿ ਈ-ਕਾਮਰਸ ਦੀਆਂ ਕਿਸਮਾਂ ਬਾਰੇ ਵਿਸਥਾਰ ਵਿੱਚ ਦੱਸੋ। ਸੋ ਇਹਦਾ ਆਨਸਰ ਹੈ
ਈ ਕਾਮਰਸ ਦੀਆਂ 4 ਕਿਸਮਾਂ ਹਨ। ਵਪਾਰ ਤੋਂ ਖਪਤਕਾਰ, B2C। ਇਸ ਵਿੱਚ ਖਪਤਕਾਰ ਸੰਬੰਧਿਤ ਕੰਪਨੀ ਦੀ ਵੈਬਸਾਈਟ ਤੋਂ ਵਸਤਾਂ ਦੀ ਚੋਣ ਕਰਕੇ ਖਰੀਦ ਕਰ ਸਕਦਾ ਹੈ ਅਤੇ ਕੰਪਨੀ ਸਿੱਧੇ ਤੌਰ ਤੇ ਅਦਾਇਗੀ ਕਰਦੀ ਹੈ। ਉਦਾਹਰਨ ਵਜੋਂ Amazon.com, Flipkart.com ਆਦਿ। ਤੇ ਦੂਸਰਾ ਹੈ ਵਪਾਰ ਤੋਂ ਵਪਾਰ, ਜਿਸ 'ਚ ਬਿਜ਼ਨਸ ਟੂ ਬਿਜ਼ਨਸ ਆਉਂਦਾ ਹੈ। ਇਸ ਵਿੱਚ ਵੱਖ-ਵੱਖ ਕੰਪਨੀਆਂ ਇੱਕ ਦੂਜੇ ਨਾਲ ਆਪਣਾ ਵਪਾਰ ਕਰਦੀਆਂ ਹਨ। ਇਸ ਵਿੱਚ ਖਪਤਕਾਰ ਸ਼ਾਮਲ ਨਹੀਂ ਹੁੰਦੇ। ਇਸ ਵਿੱਚ ਹੋਲਸੇਲਰ ਅਤੇ ਰਿਟੇਲਰ ਆਦਿ ਸ਼ਾਮਲ ਹੁੰਦੇ ਹਨ। ਸੋ ਪਹਿਲੇ ਦੇ ਵਿੱਚ ਬਿਜ਼ਨਸ ਟੂ ਕਸਟਮਰ ਹੈ, ਜਿਸ ਦੇ ਵਿੱਚ ਜਿਹੜਾ ਕਸਟਮਰ ਹੋਏਗਾ ਉਹ ਆਪਣੀ ਪਸੰਦ ਦੇ ਅਕੋਰਡਿੰਗ ਆਪਣੀ ਚੀਜ਼ਾਂ ਦੀ ਡਿਮਾਂਡ ਆਨਲਾਈਨ ਕਰ ਸਕਦਾ ਹੈ, ਜਿਵੇਂ ਆਪਾਂ Amazon ਔਰ Flipkart ਤੋਂ ਕਰਦੇ ਹਾਂ। ਜਦਕਿ ਦੂਸਰਾ ਵਪਾਰ ਤੋਂ ਵਪਾਰ ਦੇ ਵਿੱਚ ਕਿਆ ਹੈ, ਕੰਪਨੀ ਇੱਕ ਦੂਜੇ ਦੇ ਨਾਲ ਵਪਾਰ ਕਰਦੀਆਂ ਹੈ, ਜਿਸ ਦੇ ਵਿੱਚ ਹੋਲਸੇਲਰ ਔਰ ਰਿਟੇਲਰ ਸ਼ਾਮਲ ਹੁੰਦੇ ਹਨ। ਇਸ ਦਾ ਤੀਸਰਾ ਪੁਆਇੰਟ ਹੈ ਖਪਤਕਾਰ ਤੋਂ ਖਪਤਕਾਰ, ਮਤਲਬ ਕਸਟਮਰ ਟੂ ਕਸਟਮਰ, ਜਿਸ 'ਚ ਬਿਜ਼ਨਸਮੈਨ ਜਾਂ ਕੰਪਨੀ ਦਾ ਕੋਈ ਰੋਲ ਨਹੀਂ ਹੁੰਦਾ। ਇਸ ਵਿੱਚ ਖਪਤਕਾਰ ਇੱਕ ਦੂਸਰੇ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੁੰਦੇ ਹਨ ਅਤੇ ਇਸ ਵਿੱਚ ਕੋਈ ਕੰਪਨੀ ਸ਼ਾਮਿਲ ਨਹੀਂ ਹੁੰਦੀ। ਇਸ ਵਿੱਚ ਲੋਕ ਇੱਕ ਦੂਸਰੇ ਨੂੰ ਆਪਣੀ ਵਸਤੂਆਂ ਵੇਚ ਸਕਦੇ ਹਨ ਅਤੇ ਖਰੀਦ ਸਕਦੇ ਹਨ। ਉਦਾਹਰਨ ਵਜੋਂ OLX.com, Quikr.com। ਜਿਵੇਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਇਸ 'ਚ ਕਸਟਮਰ ਟੂ ਕਸਟਮਰ ਹੁੰਦੇ ਹੈ, ਕੰਪਨੀ ਦਾ ਕੋਈ ਰੋਲ ਨਹੀਂ ਹੁੰਦਾ। ਇੱਕ ਕਸਟਮਰ ਆਪਣੀ ਕੋਈ ਵੀ ਵਸਤੂ ਨੂੰ ਦੂਸਰੇ ਕਸਟਮਰ ਨੂੰ ਵੇਚ ਸਕਦਾ ਹੈ। ਤਾਂ ਉਹਦੇ ਲਈ ਜਿਹੜਾ ਪਲੇਟਫਾਰਮ ਹੈਗਾ ਉਹ ਹੈ OLX.com ਔਰ ਦੂਸਰਾ Quikr.com। ਇਸ ਦੇ ਵਿੱਚ ਚੌਥਾ ਪੁਆਇੰਟ ਹੈ ਖਪਤਕਾਰ ਤੋਂ ਵਪਾਰ, ਮਤਲਬ ਕਸਟਮਰ ਟੂ ਬਿਜ਼ਨਸਮੈਨ। ਹੁਣ ਕਸਟਮਰ ਜਿਹੜਾ ਬਿਜ਼ਨਸਮੈਨ ਨੂੰ ਵੇਚੇਗਾ। ਇਸ ਵਿੱਚ ਖਪਤਕਾਰ ਆਪਣੀ ਵਸਤੂਆਂ ਨੂੰ ਕੰਪਨੀ ਨੂੰ ਮੁਹੱਈਆ ਕਰਵਾਉਂਦੇ ਹਨ। ਉਦਾਹਰਨ ਵਜੋਂ ਇੱਕ ਵਿਅਕਤੀ ਆਪਣਾ ਸੌਫਟਵੇਅਰ ਤਿਆਰ ਕਰਕੇ ਆਪਣੀ ਕੰਪਨੀ ਨੂੰ ਵੇਚ ਦਿੰਦਾ ਹੈ, ਤੇ ਇਸ 'ਚ ਕਸਟਮਰ ਜਿਹੜਾ ਹੈਗਾ ਉਹ ਬਿਜ਼ਨਸਮੈਨ ਦੇ ਨਾਲ ਡੀਲ ਕਰ ਰਿਹਾ ਹੈ। ਅਗਲਾ ਹੈ ਸਾਡੇ ਕੋਲ ਈ-ਕਾਮਰਸ ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ। ਅਗਲਾ ਹੈ ਸਾਡੇ ਕੋਲ ਈ-ਕਾਮਰਸ ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ। ਇਸ ਦਾ ਉੱਤਰ ਹੈ ਈ-ਕਾਮਰਸ ਦੇ ਲਾਭ। ਸਭ ਤੋਂ ਪਹਿਲੇ ਜਗ੍ਹਾ ਦੀ ਪਾਬੰਦੀ ਤੋਂ ਮੁਕਤੀ। ਸਾਨੂੰ ਈ-ਕਾਮਰਸ ਦੇ ਲਈ ਕਿਸੇ ਵੀ ਜਗ੍ਹਾ ਦੀ ਲੋੜ ਨਹੀਂ ਹੁੰਦੀ। ਈ-ਕਾਮਰਸ ਨਾਲ ਭੂਗੋਲਿਕ ਦੂਰੀ ਦੀ ਅੜਚਨ ਖਤਮ ਹੋ ਗਈ ਹੈ। ਹੁਣ ਲੋਕ ਇੰਟਰਨੈਟ ਦੀ ਮਦਦ ਨਾਲ ਪੂਰੀ ਦੁਨੀਆ ਵਿੱਚ ਕਿਧਰੋਂ ਵੀ ਚੀਜ਼ਾਂ ਖਰੀਦ ਸਕਦੇ ਹਨ। ਦੂਸਰਾ, ਪੈਸੇ ਦੀ ਬਚਤ। ਇਸ ਦੇ ਵਿੱਚ ਕਿਸੇ ਵੀ ਖਪਤਕਾਰ ਔਰ ਵੇਚਣ ਵਾਲੇ ਵਿਚਕਾਰ ਸਿੱਧਾ ਸੰਪਰਕ ਹੁੰਦਾ ਹੈ, ਜਿਸ ਨਾਲ ਪੈਸੇ ਦੀ ਬਚਤ ਹੁੰਦੀ ਹੈ, ਮਤਲਬ ਸਾਨੂੰ ਇਹਦੇ ਲਈ ਕੋਈ ਵੀ ਮਾਰਕੀਟਿੰਗ ਨਹੀਂ ਕਰਨੀ ਪੈਂਦੀ। ਤੀਸਰਾ, ਹਰ ਸਮੇਂ ਉਪਲਬਧ। ਈ-ਕਾਮਰਸ ਨਾਲ ਸ਼ਾਪਿੰਗ ਕਿਸੇ ਵੀ ਸਮੇਂ ਅਤੇ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ। ਇਸ ਦੇ ਵਿੱਚ ਐਵੇਂ ਨਹੀਂ ਹੁੰਦਾ ਕਿ ਸੰਡੇ ਨੂੰ ਛੁੱਟੀ ਹੋ ਜਾਏਗੀ ਜਾਂ ਰਾਤ 8 ਵਜੇ ਮਾਰਕੀਟ ਬੰਦ ਹੋ ਜਾਏਗੀ। ਨਹੀਂ, ਤੁਸੀਂ ਕਿਸੇ ਵੀ ਸਮੇਂ ਬਾਜ਼ਾਰ ਦੇ ਵਿੱਚ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ। ਇੱਥੇ ਕਦੇ ਵੀ ਬਾਜ਼ਾਰ ਬੰਦ ਨਹੀਂ ਹੁੰਦਾ। ਚੌਥਾ, ਆਸਾਨ ਖਰੀਦਦਾਰੀ। ਈ-ਕਾਮਰਸ ਦੇ ਨਾਲ ਖਪਤਕਾਰ ਲਈ ਖਰੀਦਦਾਰੀ ਕਰਨੀ ਆਸਾਨ ਹੋ ਗਈ ਹੈ, ਕਿਉਂਕਿ ਖਪਤਕਾਰਾਂ ਨੂੰ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਣ ਦੀ ਲੋੜ ਨਹੀਂ ਹੁੰਦੀ, ਜਿਸ ਕਾਰਨ ਉਹਨਾਂ ਦਾ ਸਮਾਂ ਬਚਦਾ ਹੈ। ਉਹ ਇੰਟਰਨੈਟ ਦੀ ਮਦਦ ਨਾਲ ਆਸਾਨੀ ਨਾਲ ਖਰੀਦਦਾਰੀ ਕਰ ਸਕਦੇ ਹਨ। ਅੱਗੇ ਹੈ ਸਾਡੇ ਕੋਲ ਈ-ਕਾਮਰਸ ਦੀਆਂ ਹਾਨੀਆਂ। ਸੋ ਇਸ 'ਚ ਪਹਿਲਾ ਪੁਆਇੰਟ ਹੈ ਉਡੀਕ ਸਮਾਂ। ਆਪਾਂ ਜਿਵੇਂ ਕਿ ਆਨਲਾਈਨ ਕਿਸੇ ਵੀ ਚੀਜ਼ ਦਾ ਆਰਡਰ ਕਰਦੇ ਹਾਂ ਤਾਂ ਸਾਨੂੰ ਉਸ ਦੇ ਲਈ 1 ਜਾਂ 2 ਦਿਨ ਲੱਗਦੇ ਹਨ, ਤਾਂ ਇੱਥੇ ਉਡੀਕ ਸਮਾਂ ਹੈ। ਈ-ਕਾਮਰਸ ਰਾਹੀਂ ਖਰੀਦੀ ਗਈ ਚੀਜ਼ ਖਪਤਕਾਰ ਨੂੰ ਤੁਰੰਤ ਪ੍ਰਾਪਤ ਨਹੀਂ ਹੁੰਦੀ। ਖਪਤਕਾਰ ਨੂੰ ਚੀਜ਼ਾਂ ਪ੍ਰਾਪਤ ਕਰਨ ਲਈ ਵਿੱਚ ਸਮੇਂ ਲੱਗ ਸਕਦਾ ਹੈ। ਦੂਸਰਾ, ਗੁਣਵੱਤਾ ਦਾ ਖਤਰਾ। ਆਪਾਂ ਜਦ ਆਨਲਾਈਨ ਕੋਈ ਵੀ ਚੀਜ਼ ਮੰਗਵਾਉਂਦੇ ਹਾਂ ਤਾਂ ਸਾਨੂੰ ਉਹਦੀ ਗੁਣਵੱਤਾ ਨਹੀਂ ਪਤਾ ਹੁੰਦੀ ਕਿ ਉਹਦੀ ਕੁਆਲਿਟੀ ਕਿੰਨੀ ਕੁ ਵਧੀਆ ਹੋਏਗੀ। ਠੀਕ ਹੈ, ਤਾਂ ਆਨਲਾਈਨ ਖਰੀਦਦਾਰੀ ਵਿੱਚ ਚੀਜ਼ਾਂ ਦੀ ਗੁਣਵੱਤਾ ਦੀ ਕੋਈ ਪੱਕੀ ਗਾਰੰਟੀ ਨਹੀਂ ਹੈ। ਤੀਸਰਾ, ਸੁਰੱਖਿਆ ਦਾ ਖਤਰਾ। ਇੰਟਰਨੈਟ 'ਤੇ ਧੋਖਾਧੜੀ ਵਾਲੀ ਵੈਬਸਾਈਟਾਂ ਵੀ ਹਨ ਜੋ ਗਾਹਕਾਂ ਦੀ ਜ਼ਰੂਰੀ ਜਾਣਕਾਰੀ ਹਾਸਲ ਕਰਕੇ ਨੁਕਸਾਨ ਪਹੁੰਚਾ ਸਕਦੀਆਂ ਹਨ, ਤਾਂ ਇਸ ਦੇ ਵਿੱਚ ਸੁਰੱਖਿਆ ਦਾ ਖਤਰਾ ਬਣਾ ਰਹਿ ਸਕਦਾ ਹੈ। ਚੌਥਾ, ਖਰੀਦਣ ਤੋਂ ਪਹਿਲੇ ਜਾਂਚ ਅਸੰਭਵ। ਆਪਾਂ ਜਦ ਆਨਲਾਈਨ ਕੋਈ ਵੀ ਚੀਜ਼ ਖਰੀਦਦੇ ਹਾਂ ਤਾਂ ਆਪਾਂ ਉਸਦੀ ਜਾਂਚ ਇੱਦਾਂ ਨਹੀਂ ਕਰ ਸਕਦੇ ਜਦ ਤੱਕ ਕਿ ਉਹ ਸਾਨੂੰ ਡਿਲੀਵਰ ਨਾ ਹੋ ਜਾਏ, ਤਾਂ ਆਹ ਖਤਰਾ ਬਣਿਆ ਰਹਿੰਦਾ ਹੈ। ਕਿਸੇ ਵੀ ਚੀਜ਼ ਨੂੰ ਆਨਲਾਈਨ ਖਰੀਦਣ ਸਮੇਂ ਉਸਦੀ ਜਾਂਚ ਕਰਨਾ ਮੁਸ਼ਕਲ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਡਿਜੀਟਲ ਜਾਂ ਆਨਲਾਈਨ ਪੇਮੈਂਟ ਦੇ ਵੱਖ-ਵੱਖ ਢੰਗਾਂ ਬਾਰੇ ਸੰਖੇਪ ਨਾਲ ਜਾਣਕਾਰੀ ਦੇਵੋ। ਚਲੋ ਦੇਖਦੇ ਹਾਂ ਇਹਦਾ ਉੱਤਰ। ਡਿਜੀਟਲ ਜਾਂ ਆਨਲਾਈਨ ਪੇਮੈਂਟ ਦੇ ਵੱਖ-ਵੱਖ ਢੰਗ ਹੇਠ ਲਿਖੇ ਅਨੁਸਾਰ ਹਨ। ਜਿਵੇਂ ਪਹਿਲਾ ਹੈ ਕ੍ਰੈਡਿਟ ਕਾਰਡ। ਇਹ ਇੱਕ ਪਲਾਸਟਿਕ ਦਾ ਕਾਰਡ ਹੁੰਦਾ ਹੈ
ई पेमेंट ਦੇ ਇਸ ਢੰਗ ਵਿੱਚ ਜਦੋਂ ਕੋਈ ਗ੍ਰਾਹਕ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਦਾ ਹੈ ਤਾਂ ਬੈਂਕ ਗ੍ਰਾਹਕ ਵੱਲੋਂ ਕੀਤੀ ਗਈ ਖਰੀਦਦਾਰੀ ਦਾ ਭੁਗਤਾਨ ਕਰਦਾ ਹੈ। ग्राहक ਨੂੰ तय समय के अंदर बैंक वालों अदा की गई रकम वापस करनी पैंदी है। सो क्रेडिट कार्ड क्या है कि असी एक कंपनी का क्रेडिट कार्ड यूज़ कर लेंगे हैं पेमेंट करने के लिए, एक महीने बाद उसका एक बिल बन करके आ जाता है तो सानू एक महीने बाद उसकी पेमेंट करनी लाजमी है। जे आप पेमेंट नहीं करांगे तो कंपनी उसनू किसी भी तरीके नाल वसूल सकती है। ठीक है, अगला है दूसरा साडे कोल ਡੈਬਿਟ ਕਾਰਡ। ਇਹ ਇੱਕ ਪਲਾਸਟਿਕ ਦਾ ਕਾਰਡ ਹੁੰਦਾ ਹੈ। ਈ ਪੇਮੈਂਟ ਦੇ ਇਸ ਢੰਗ ਵਿੱਚ ATM ਮਸ਼ੀਨਾਂ ਵਿੱਚੋਂ ਪੈਸੇ ਕਢਵਾਉਣ ਲਈ ਜਾਂ ਖਰੀਦਦਾਰੀ ਕਰਨ ਲਈ ਗ੍ਰਾਹਕ ਦੇ ਖਾਤੇ ਵਿੱਚ ਪੈਸੇ ਜ਼ਰੂਰ ਹੋਣੇ ਚਾਹੀਦੇ ਹੈ। ਜਿੱਥੇ ਅਸੀਂ ਡੈਬਿਟ ਕਾਰਡ ਦੇ ਵਿੱਚ ਪੜ੍ਹਿਆ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਵੀ ਬੈਂਕ ਪੇ ਕਰ ਦੇਗਾ, ਤੁਹਾਨੂੰ 1 ਮਹੀਨੇ ਬਾਅਦ ਦੇਣੇ ਪੈਂਦੇ ਹੈ। जद कि डैबिट कार्ड दे विच क्या है कि इस दे विच तुसी ATM मशीन राहें या सीधी खरीददारी भी कर सकते हो, पर उस लई तुहाडे बैंक दे विच खाते दे विच पैसे होने जरूरी हैं। तीसरा है ई वॉलेट। ई पेमेंट दे इस ढंग विच डिजिटल पेमेंट ऐप्स की वरतों की जाती है। ग्राहक ई वैलेट विच अपने क्रेडिट कार्ड या डैबिट कार्ड राही पैसे ट्रांसफर करके भविख विच वरतों लई जमा करके रख सकता है। उदाहरण दे विचों जिवें पेटीएम हो गया, गूगल पे हो गया, फोन पे हो गया, ये ऐप्स हैं जिस दे राही असीं पेमेंट्स कर सकते हाँ। उसके बाद साडे कोल अगला है भीम ऐप। इसका पूरा नाम भारत इंटरफेस फॉर मनी ऐप है। इस ऐप की वरतों पैसे ट्रांसफर करन, प्राप्त करन, फोन का रिचार्ज करन अते बिलों की अदायगी आदि करन लई कीती जाती है। भीम ऐप दे विच भी असी काफ़ी ट्रांसफर पैसे या प्राप्त करने या किसी भी चीज़ का रिचार्ज या बिलों की अदायगी आराम नाल कर सकते हैं। पंजवा है नैट बैंकिंग। इसनू ऑनलाइन या इंटरनेट बैंकिंग भी कहा जाता है। इस दे राही असी इंटरनेट द्वारा आम बैंकिंग सुविधावां जिवें कि अकाउंट बैलेंस चैक करना, पैसे ट्रांसफर करना, बिलों की ऑनलाइन भुगतान आदि का काम 24 घंटे कर सकते हैं। तो जिहड़ी नैट बैंकिंग है वो सानू बैंक वालों फैसिलिटी करवाई जाती है, जिस दे विच असी सारा कुछ बैंक चैक कर बैंक अकाउंट चैक जिस विच असी बैंक बैलेंस चैक करना, पैसे ट्रांसफर कर सकते हैं। ई लर्निंग दे वक्-वक् किहड़े टूल्स हैं? ਹੁਣ ई लर्निंग क्या होता है जब आप इलैक्ट्रॉनिकली किसी चीज़ ਨੂੰ लर्न करते हैं या अपनी पढ़ाई करते हैं तो उस दे ਲਈ कई ऐप्स बनाई गई हैं। ई लर्निंग ਜਿਹੜਾ प्रोसैस ਹੁੰਦਾ है वो ਹੁੰਦਾ है कि आप ऑनलाइन डिजिटली कुछ भी सीख रहे हैं तो ਕਿਹੜੀ ऐप्स दे राही हैं। तो चलो उस बारे भी पढ़ते हैं। इस च पहला पॉइंट है मूक्स। इसका पूरा नाम मैसिव ओपन ऑनलाइन कोर्सेस है। इस विच वड्डी गिनती विच ऑनलाइन कोर्स करवाए जाते हैं अते सीखण वाले अपनी रुचि अनुसार कोर्स की चोन करके पढ़ाई कर सकते हैं। मूक एक ऐप है जिस दे विच अलग अलग कोर्सेस की लिस्ट है। तुसीं जिहड़ा कोर्स करना चाहते हो तुसीं उस कोर्स नूं उसकी चोन करके उस बारे पढ़ सकते हो। उदाहरण वजों जो वैबसाइट देखी जाए तो वो है www.mooc.org और दूसरी है www.edx.org। दूसरा पॉइंट इस है स्वयं। इसका पूरा नाम स्टडी वेब्स ऑफ एक्टिव लर्निंग फॉर यंग इंस्पायरिंग माइंड्स है। इस विच भी गिनती विच ऑनलाइन कोर्स मुहैया करवाए जाते हैं। ये बहुत सारे पेशेवर कोर्स पेश करता है जो स्कूल या कॉलेज के पद्धर ते पढ़ाए जाते हैं। उदाहरण वजों http://swayam.org तो भी एक ऐप है जिहड़ी कि अलग अलग कोर्सेस प्रोवाइड करती है। तुसीं अपनी चॉइस के अकॉर्डिंग कोर्स नूं चुन सकते हो। इस दे विच तीसरा है स्वयं प्रभा। ये 32 DTH चैनलों का एक समूह है जो 24 घंटे उच्च क्वालिटी सिक्ख्या प्रदान करते हैं। ये रोज़ाना घट्टो घट्ट 4 घंटे लिए सिक्ख्या समग्री प्रदान करते हैं अते इसनूं एक दिन विच 5 बार वक्-वक् समय ते टैलीकास्ट किया जाता है। सो स्वयं प्रभा भी एक ऐप है जिहड़ी कि हुण कोविड टाइम काफ़ी चली सीगी जिस दे विच काफ़ी ज़्यादा टैक्सट मटीरियल हैगा उसनूं ऑनलाइन बच्चों दे नाल शेयर किया जाता है। उसके बाद अगला है साडे कोल नैशनल अकैडमी डिपॉजिटरी नैट। नैशनल अकैडमिक डिपॉजिटरी बारे दसो ये डिजिटल लॉगर नालों किवें वखरी है। सो इसका उत्तर है नैशनल अकैडमिक डिपॉजिटरी की मदद नाल कोई व्यक्ति या विद्यार्थी अपनी विद्यक योग्यता के सर्टिफिकेट या अवार्डां नूं एक सुरक्षित थां ते ऑनलाइन स्टोर कर सकता है।
ਨੈਟ ਜਿਹੜੀ ਹੈਗੀ ਹੈ ਉਹ ਸਾਨੂੰ ਕਿਆ ਪ੍ਰੋਵਾਈਡ ਕਰਦੀ ਹੈ, ਇੱਕ ਜਗ੍ਹਾ ਪ੍ਰੋਵਾਈਡ ਕਰਦੀ ਹੈ ਆਨਲਾਈਨ, ਜਿੱਥੇ ਅਸੀਂ ਆਪਣੇ ਸਰਟੀਫਿਕੇਟ ਜਾਂ ਅਵਾਰਡਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ। ਇਹ ਸੁਵਿਧਾ 24 ਘੰਟੇ ਆਨਲਾਈਨ ਉਪਲਬਧ ਰਹਿੰਦੀ ਹੈ। ਇਸ ਰਾਹੀਂ ਵਿਅਕਤੀ ਆਪਣੇ ਦਸਤਾਵੇਜ਼ ਦੀ ਵੈਧਤਾ ਅਤੇ ਪੜਤਾਲ ਆਨਲਾਈਨ ਸੰਬੰਧਿਤ ਬੋਰਡ ਜਾਂ ਯੂਨੀਵਰਸਿਟੀ ਤੋਂ ਵੀ ਕਰਵਾ ਸਕਦਾ ਹੈ। ਹੁਣ ਜੇਕਰ ਕੋਈ ਵਿਅਕਤੀ ਆਪਣੇ ਦਸਤਾਵੇਜ਼ ਦੀ ਵੈਧਤਾ ਜਾਂ ਪੜਤਾਲ ਆਨਲਾਈਨ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਨੈਟ ਦੇ ਥਰੂ ਕਰਵਾ ਸਕਦਾ ਹੈ। ਸੋ ਇਹ ਸੀ ਸਾਡੇ ਕੋਲ 6ਵੇਂ ਪਾਰਟ ਦੇ ਛੋਟੇ ਅਤੇ ਵੱਡੇ ਪ੍ਰਸ਼ਨ। ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਕੁਐਸਚਨ ਕਲੀਅਰ ਹੋਣਗੇ। ਜੇਕਰ ਫਿਰ ਵੀ ਕਿਸੇ ਕੁਐਸਚਨ 'ਚ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਿਓ ਜੀ। ਅਗਲੇ ਵੀਡੀਓ 'ਚ ਅਸੀਂ ਜਲਦ ਮਿਲਦੇ ਹਾਂ। ਤਦ ਤੱਕ ਦੇ ਲਈ ਧੰਨਵਾਦ।